अस्सलाम वालेकुम नाज़रीन, आप देख रहे हैं पैगाम टीवी और मैं हूं फैज़ सुख्तानी। नाज़रीन, ये जो शख्स आप इस वक्त सलाखों के पीछे देख रहे हैं, इसने अपने ही 3 रिश्तेदारों को कत्ल कर दिया और कईयों को ज़ख्मी कर दिया। नबी करीम सल्लल्लाहु अलैहि वसल्लम ने फरमाया कि रिश्तेदारी जोड़ो, कता ताल्लुक़ ख़त्म करो, रिज़्क़ में भी इजाफ़ा होगा, उम्र भी दराज होगी। लेकिन हम मुसलमान हैं, सब कुछ भुला बैठे हैं और फिर होता क्या ये सलाखों के पीछे। इससे जानते हैं आखिर क्या वजह बनी, इसने क्यों कत्ल कर दिए। 3 कत्ल कर दिए और ज़ख्मी कर दिए कई लोग, और 1.5 घंटे तक फायरिंग होती रही। तो बात करते हैं इससे। क्या नाम है तुम्हारा? मोहम्मद अशरफ। मोहम्मद अशरफ, क्या मामला हुआ आपके साथ? सर वो मैंने पहले भी बताया है। जी बताएं, क्या हुआ? वो सर वारिस का भी भांजा था जो मरने वाला था, और मेरा भी भांजा था, दोनों के भांजा था। मारा क्यों, सिर्फ पहले ये बताएं वजह सर क्या बनी? वजह यही बनी है कि वो चर्च से बस लड़ाई हुई है हमारी। अच्छा। वो कहता था कि मेरे भांजे को चर्च पे आई। मैं कहा यार ये आपका भी भांजा और मेरा भी भांजा, मैं बेवकूफ़ हूँ, मैं इसको चर्च पिलाता हूँ। बाकी उसके भांजे ने भी कहा कि यार मामू मुझे इसने ना चर्च नहीं पिलाई है। अच्छा। मैंने तो इसके मामू से सिर्फ सादा सिगरेट पिया ठीक है, वो मामला खत्म हाँ हो गया। जी। फिर उसके बाद क्या हुआ, फिर कत्ल क्यों हुए? सर वो जब लड़ाई हुई है वो मेरे मतलब गल पे आया, उस तो बाद साड़ी सुलह हो गई है। अच्छा। खालू साडा आया दुआ दा। अच्छा, लड़ाई होने के बाद सुलह भी हो गई? सुलह भी हो गई। अच्छा। उस तो बाद वारिस ने तकरीबन 3 ਤੋਂ 4 दिन पिस्तौल अपनी डब्ब 'ਚ रखे। मैं फिर अपनी खाला को गया, मैं क्या तू मेरी मां है, ये मेरा वड्डा भरा वे, इहनूं समझाओ। बाकी जो सुलह हो गई हथियार रखने की कोई लोड़ नहीं है। ठीक है। मेरी खाला ने कहा पुत्र मैं इहनूं समझावांगी, बाकी वो नहीं समझिया हैगा। मेरे घर के सामने लंघिया, मैं बाहर अपने डंगरां कोल खड़ा, मेरे हत्थी पै गया। अच्छा। ਜਦੋਂ ਹੱਥੀ ਪੈ ਗਏ ਅਸੀਂ ਦੋਵੇਂ ਹੱਥੋਂ ਬਾਈ ਹੋ ਗਏ ਆ। ਫਿਰ ਮੈਂ ਭੱਜ ਕੇ ਬੰਦੂਕ ਕੱਢੀ, ਮੈਂ ਉਹਨੂੰ ਫਾਇਰ ਮਾਰੇ ਨੇ, ਲੱਤਾਂ 'ਚ 3 ਫਾਇਰ ਲੱਗ ਗਏ। ਅੱਛਾ। ਹਾਂਜੀ। ਯਾਨੀ ਕਿ ਲੱਤਾਂ 'ਚ 3 ਫਾਇਰ ਵਾਏ ਕੇ ਡੱਬ ਦੇ ਉਹਦੇ 'ਚ ਉਹਦੇ 'ਚ ਵੀ ਪਿਸਤੌਲ ਹੈ। ਹਾਂਜੀ। ਲੇਕਿਨ ਫਾਇਰ ਤੂੰ ਮਾਰਦੇ? ਹਾਂਜੀ, ਮੈਂ ਅੰਦਰੋਂ ਗਿਆ ਉਹਨਾਂ ਅੰਦਰੋਂ, ਫਿਰ ਮੈਂ ਫਾਇਰ ਮਾਰੇ ਨੇ। ਅੱਛਾ। ਮੈਂ 4 ਦੀਵਾਰੀ 'ਚ ਹੋ ਗਿਆ ਸੀ, ਉਹ ਬਾਹਰ ਹੈਗਾ ਸੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਸਾਰੇ ਦਾ ਇੱਕ ਸਾਲਾ ਇਸ਼ਤਿਹਾਰੀ ਸੀ, ਉਹ ਵੀ ਕਤਲ ਹੋ ਗਿਆ ਪਿੱਛੇ ਜੀ। ਜਿਹੜਾ ਮਰਨ ਵਾਲਾ ਸੀ ਉਹ ਵੀ ਰਿਕਾਰਡ ਯਾਫਤਾ ਸੀ, ਮਾਨਤ। ਅੱਛਾ। ਹਾਂਜੀ। ਇਹਨੇ ਫਿਰ ਉਹ ਤਕਰੀਬਨ ਵੰਗਾਰੇ ਸੱਦੇ ਨੇ, ਵੰਗਾਰਿਆਂ ਦੀ ਫਿਰ ਗੋਲੀ ਚੱਲਦੀ ਰਹੀ ਹੈ ਤਕਰੀਬਨ ਕੋਈ ਅੱਧਾ ਪੌਣਾ ਘੰਟਾ। ਫਿਰ ਇਹਦੇ ਵੰਗਾਰੇ ਨੂੰ ਇੱਕ ਨੂੰ ਫਾਇਰ ਮਾਨਤ ਨੂੰ ਵੱਜ ਗਿਆ। ਠੀਕ ਹੈ, ਉਹ ਇਸ਼ਤਿਹਾਰੀ ਹੈਗਾ ਉਹ ਵੀ ਤੇਰੇ ਕੋਲ ਵੱਜਾ? ਹਾਂਜੀ, ਮੇਰੇ ਕੋਲ ਵੱਜਾ। ਅੱਛਾ। ਉਹ ਫਿਰ ਮਰ ਗਿਆ। ਉਸ ਪਹਿਲਾ ਕਤਲ ਸੀ? ਹਾਂਜੀ, ਉਹ ਪਹਿਲਾ ਕਤਲ। ਅੱਛਾ ਜੀ। ਉਸ ਤੋਂ ਬਾਅਦ ਫਿਰ ਮੈਂ ਇਸ਼ਤਿਹਾਰੀ ਹੋ ਗਿਆ। 3 ਸਾਲ ਮੈਂ ਬਾਹਰ ਰਿਹਾ। ਬਾਹਰ ਕਿਹੜੇ, ਬਾਹਰ ਦੇ ਮੁਲਕ? ਨਹੀਂ, ਮੈਂ ਕਰਾਚੀ, ਮੈਂ ਟਰੱਕ ਡਰਾਈਵਰ ਸਾਂ, ਟਰੱਕ ਚਲਾਉਂਦਾ ਰਿਹਾ। ਮੈਂ ਫਿਰ ਆਪਣੇ ਇਲਾਕੇ 'ਚ ਨਹੀਂ ਆਇਆ। ਠੀਕ ਹੈ। ਉਸ ਤੋਂ ਬਾਅਦ ਸਰ ਮੈਂ ਹੁਣ ਪੇਸ਼ ਹੋਣ ਵਾਸਤੇ ਆਇਆ। ਮੇਰੀ ਮੁਖਬਰੀ ਹੋ ਗਈ ਪਿੰਡ। ਨਹੀਂ, ਪੇਸ਼ ਹੋਣ ਪਿੰਡ 'ਚ ਕਿਉਂ ਚਲਾ ਗਿਆ? ਮੈਂ ਆਪਣੇ ਮਾਪਿਓ ਨਾਲ, ਭੈਣ ਭਰਾਵਾਂ ਨਾਲ ਸਲਾਹ ਕਰਕੇ ਪੇਸ਼ ਸਲਾਹ ਕਰਕੇ? ਹਾਂਜੀ। ਠੀਕ ਹੈ। ਹਾਈਏ ਮੈਂ ਪਿੰਡ ਦਾਖਲ ਹੀ ਹੋਇਆ, ਮੈਂ ਆਪਣੇ ਮਾਪਿਓ ਕੋਲੋਂ ਨਹੀਂ ਪਹੁੰਚਿਆ। ਅੱਛਾ। ਤੇ ਇਹਨਾਂ ਨੇ ਮੇਰੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਛਾ। ਜਦੋਂ ਫਾਇਰਿੰਗ ਸ਼ੁਰੂ ਕੀਤੀ, ਮੇਰੇ ਇੱਕ ਸਾਥੀ ਨੂੰ ਗੋਲੀ ਲੱਗ ਗਈ ਬਾਜ਼ੂ ਦੇ ਵਿੱਚ। ਯਾਨੀ ਕਿ ਮਸਲਾ ਆਏ ਸੋ ਤੁਸੀਂ ਪਿੰਡ 'ਚ? ਹਾਂਜੀ। ਜਦੋਂ ਗੋਲੀ ਲੱਗੀ ਹੈ ਫਿਰ ਆਮਨੇ ਸਾਹਮਣੇ ਇਹਨਾਂ ਦੀ, ਮੈਂ ਉਹਨੂੰ ਲੈ ਕੇ ਆਪਣੇ ਸਾਥੀ ਨੂੰ ਭੱਜ ਕੇ ਆਪਣੇ ਭਰਾ ਦੇ ਘਰ ਵੜ ਗਿਆ। ਠੀਕ ਹੈ। ਉਸ ਤੋਂ ਬਾਅਦ ਫਿਰ ਮੇਰੀ ਇਹਨਾਂ ਦੀ, ਮੈਂ ਅੰਦਰ ਸਾਂ, ਇਹ ਬਾਹਰ ਸੀ। ਅੱਛਾ। ਹਾਂਜੀ। ਇਹਨਾਂ ਨੇ ਕਾਫੀ ਲੋਕ ਸੱਦੇ ਉਸ ਟਾਈਮ। ਕਿੰਨਾ ਕੁ ਵੱਡਾ ਨਿਸ਼ਾਨੇਬਾਜ਼ ਹੈ, ਬੜਾ ਪ੍ਰੋਫੈਸ਼ਨਲ ਬੰਦਾ ਹੈ? ਨਹੀਂ ਸਰ, ਨਿਸ਼ਾਨਾ ਨਹੀਂ, ਮਤਲਬ ਉਹ ਫਿਰ ਲਾਗੇ ਬਸਤੀ ਹੈਗੀ ਸੀ ਨਾ। ਮੈਂ ਇਹੀ ਤੇ ਕਹਿ ਰਿਹਾ, ਉਹ 30-35 ਸਨ ਸਾਰੇ ਥੱਲੇ ਸੀ, ਮੈਂ ਉੱਤੇ ਹੈਗਾ ਸਾਂ। ਉੱਤੇ ਮਤਲਬ 4-4 ਫੁੱਟ ਦੇ, 4.5 ਫੁੱਟ ਦੇ ਬਨੇਰੇ ਸੀ, ਜਿੰਦੇ ਵਿੱਚ ਮੈਂ ਕਲੋਜ਼ ਹੈਗਾ ਸੀ। ਮੈਂ ਫਿਰ ਉੱਤੋਂ ਫਾਇਰਿੰਗ ਕੀਤੀ ਹੈ। ਫਿਰ ਮੈਨੂੰ ਨਹੀਂ ਪਤਾ ਮਰੇ ਕਿੰਨੇ ਨੇ, ਜ਼ਖਮੀ ਕਿੰਨੇ ਹੋਏ। ਮੀਆਂ ਬੀਵੀ ਮੌਕੇ ਤੇ ਮਰ ਗਏ? ਹਾਂਜੀ। ਉਹਨਾਂ ਦੀਆਂ 2 ਬੇਟੀਆਂ ਨੂੰ ਵੀ ਵੱਜੇ ਫਾਇਰ? ਹਾਂਜੀ। ਇਹ ਫਿਰ ਬਾਅਦ 'ਚ ਮੈਨੂੰ ਪਤਾ ਚੱਲਿਆ ਜਦੋਂ ਮੈਂ ਮਤਲਬ ਪੁਲਿਸ ਆਈ, ਮੈਨੂੰ ਗ੍ਰਿਫਤਾਰ ਕੀਤਾ। ਫਿਰ ਪਤਾ ਲੱਗਾ ਕਰ ਬੈਠੇ। ਹਾਂਜੀ। ਬਾਕੀ ਆਪਣਾ ਘਰ ਸੀ, ਪਛਤਾਵਾ ਬਹੁਤ ਜ਼ਿਆਦਾ ਹੈ। ਖਾਲਾ ਸਕੀ ਦੇ ਬੇਟੇ ਨੇ, ਮੈਂ ਉਹਦੀ ਖਾਲਾਂ ਦਾ ਬੇਟਾ, ਉਹ ਮੇਰੀ ਖਾਲਾਂ ਦਾ ਬੇਟਾ। ਕਿੰਨੇ ਘਰ ਉਜਰੇ ਨੇ ਹੁਣ ਤੱਕ? ਯਾਨੀ ਕਿ ਤੇਰੇ ਕਿੰਨੇ ਬੱਚੇ ਨੇ? ਮੇਰੇ 6 ਬੱਚੇ। ਕਿੰਨੀ ਬੇਟੀਆਂ ਨੇ? 2 ਬੇਟੀਆਂ ਨੇ, 4 ਬੇਟੇ ਤੇ ਅਭੀ ਛੋਟੇ। ਯਾਨੀ ਕਿ ਤੂੰ ਨਹੀਂ ਬਰਬਾਦ ਹੋਇਆ, ਉਹ ਬਰਬਾਦ ਹੋ ਸਰ? ਨਹੀਂ, ਦੋਵੇਂ ਘਰ ਹੀ ਬਰਬਾਦ ਹੋ ਗਏ। ਮੇਰੇ ਵੀ ਭਰਾ ਨੂੰ ਇਹਨਾਂ ਨੇ ਪਹਿਲੇ ਫਾਇਰ ਮਾਰੇ ਨੇ। ਜਦੋਂ ਲੜਾਈ ਪਹਿਲੀ ਹੋਈ ਉਸ ਤੋਂ ਬਾਅਦ ਫਿਰ ਮੇਰੇ ਭਰਾ ਨੂੰ ਫਾਇਰ ਮਾਰੇ ਨੇ। ਭਾਈ ਬਚ ਗਿਆ ਤੇਰਾ? ਭਾਈ ਬਚ ਗਿਆ, ਬਾਕੀ ਦੋਵੇਂ ਬਾਜ਼ੂਆਂ ਤੇ। ਉਹਨਾਂ ਤੇ ਫਿਰ ਛੋਟਾ ਜੁਰਮ ਕੀਤਾ ਤੂੰ, ਤੇ ਉਹਨਾਂ ਨੂੰ ਜਾਨੋਂ ਹੀ ਮਾਰ ਦਿੱਤਾ? ਸਰ ਦੇਖੋ, ਉਹਨਾਂ ਨੇ ਵੀ ਸਾਨੂੰ ਜਾਨੋਂ ਮਾਰਨ ਵਾਸਤੇ ਸਾਰਾ ਕੁਝ ਕੀਤਾ, ਬਾਕੀ ਜਿਹਨੂੰ ਅੱਲਾ ਨਾ ਮਾਰੇ, ਬਸ ਉਹਨਾਂ ਦਾ ਵਕਤ ਆ ਗਿਆ, ਉਹ ਮਰ ਗਿਆ। ਯਾਨੀ ਕਿ ਤੂੰ ਪੇਸ਼ੀ, ਯਾਨੀ ਕਿ ਥਾਣੇ ਪੇਸ਼ ਹੋਣ ਵਾਸਤੇ ਆਇਆ, ਲੇਕਿਨ ਉਹ ਤੈਨੂੰ ਉਹਨਾਂ ਨੇ ਹਮਲਾ ਕਰਤਾ? ਹਾਂਜੀ। ਲੇਕਿਨ ਤੇਰਾ ਨਿਸ਼ਾਨਾ ਠੀਕ ਸੀ, ਤੂੰ ਉਹ ਸਾਰਿਆਂ ਨੂੰ ਬਸ ਇਹ ਕੰਮ ਹੋ ਗਿਆ, ਬਸ ਜਿੰਦਾ ਵਕਤ ਆ, ਇਹ ਬਹਾਨਾ ਹੀ ਬਣਦਾ ਸਰ। ਕੀ ਸੋਚਣਾ, ਕੀ ਸਰ ਹੁਣ ਇਹ ਪਛਤਾਵਾ ਹੈ। ਠੀਕ ਹੈ। ਮੈਂ ਵੀ ਹੁਣ ਵੇਖੋ ਅੰਦਰ ਕਿੰਨਾ ਕੁ ਗੁੱਸਾ ਸੀ, ਇੱਥੇ ਆ ਕੇ ਕੋਈ ਘਟਿਆ ਹੈ ਕਿ ਕੀ ਹੋਇਆ? ਸਰ ਘਟਿਆ ਹੀ, ਇਹ ਗੁੱਸਾ ਹੁਣ ਕਿਹੜਾ ਰਹਿ ਗਿਆ ਸਰ? ਗੁੱਸਾ ਤੇ ਖਤਮ ਹੋ ਗਿਆ। ਯਾਦ ਕੌਣ ਆਉਂਦਾ ਹੈ? ਬੱਚੇ ਯਾਦ ਆਉਂਦੇ ਨੇ? ਬੱਚੇ ਵੀ ਯਾਦ ਆਉਂਦੇ ਨੇ, ਉਹਨਾਂ ਦੇ ਵੀ ਬੱਚੇ ਯਾਦ ਆਉਂਦੇ ਨੇ। ਉਹ ਵੀ ਆਪਣਾ ਘਰ ਬਗਾਨਾ, ਜਿਹੜੇ ਮਰ ਗਏ ਨੇ ਉਹ ਵੀ ਯਾਦ ਆਉਂਦੇ? ਹਾਂਜੀ, ਉਹ ਵੀ ਯਾਦ ਆਤੇ। ਕੈਸੀ ਯਾਦ ਆਉਂਦੀ ਹੈ? ਕਿ ਗੁੱਸੇ ਨਾਲ ਆਉਂਦੀ ਹੈ ਕਿ ਯਾਰ? ਨਹੀਂ ਸਰ, ਕੋਈ ਗੁੱਸਾ ਨਹੀਂ ਹੈ, ਇਮਾਨਦਾਰੀ ਨਾਲ ਕੋਈ ਗੁੱਸਾ नहीं है। ईमानदारी? हाँ, ईमानदारी? ईमानदारी से कहता हूँ, कोई गुस्सा नहीं। केड़ी ईमानदारी है ਜਿਹਦੇ ਨਾਲ ਤੈਨੂੰ ਗੁੱਸਾ ਹੀ ਨਹੀਂ ਆ ਰਿਹਾ ਹੁਣ? सर अब क्या गुस्सा आना क्या नहीं आना सर। अच्छा। घर तो तबाह हो गया ना, एक ही घर था। ਅੱਛਾ, ਬੱਚੀਆਂ ਨੂੰ ਵੀ
ਵਾਰ ਮਾਰ ਸਰ ਨਹੀਂ ਪਤਾ ਚੱਲਿਆ ਹੈਗਾ ਜਦੋਂ ਸਾਹਮਣੇ ਗੋਲੀ ਚੱਲਦੀ ਰਹੀ। ਇੱਕ ਟਰੱਕ ਡਰਾਈਵਰ ਸੀ ਸਰ, ਮੈਂ ਕਿਹੜਾ ਕੋਈ ਨਿਸ਼ਾਨੇ ਰੋਜ਼ ਚਲਾਉਂਦਾ। ਅੱਛਾ कैसा ज़ालिम है यार, तो 3 बंदे मारते थे उन तक, 3 इंसानियत जाना ले ਸਰ ली। ਉਹਨਾਂ ਨੇ ਵੀ ਸਾਡੇ ਨਾਲ ਬਹੁਤ ਆਖਰ ਸਾਨੂੰ ਵੀ ਮਾਰਨ ਵਾਸਤੇ ਉਹ ਬੰਦੇ ਸੱਦਦੇ ਸੀ। लेकिन कैसा तो ਬਾਕੀ ਅੱਲਾਹ ਪਾਕ ਵੱਲੋਂ ਹੀ ਹੈ, ਬਸ ਉਹਨਾਂ ਦਾ ਵਕਤ ਆ ਗਿਆ, ਸਾਡਾ ਨਹੀਂ ਫਿਰ ਆਇਆ। तो ये सूरत हाल है जी, उनका वक़्त आ गया था, इसके पास अभी वक़्त मौजूद था। ਸਰ ਆਪ ਦੇਖੋ ਉਹ ਵੀ ਕੋਸ਼ਿਸ਼ ਕਰਦੇ ਰਹੇ ਨੇ ਵੀ ਇਹਨੂੰ ਮਾਰੀਏ, ਬਾਕੀ ਜੋ ਅੱਲਾਹ ਨੂੰ ਮਨਜ਼ੂਰ था। ठीक है, वो बात वही आ गई जो अल्लाह को मंजूर था इसके मुताबिक, लेकिन अल्लाह को ये मंजूर नहीं था। हम हर चीज़ अल्लाह पे डाल देते हैं, पता नहीं क्यों, शायद हम पता नहीं अल्लाह का तारुफ क्या है हमारे पास, हम अल्लाह को पता नहीं क्या समझते हैं। देखें कितनी बड़ी गलती कर बैठा है और अब माफ़िया मांग रहा है। हालांकि ये बाद में भी पहले भी बड़ी आसानी से हल हो सकती थी, लेकिन ये अब इसके थे। अब इसके 6 बच्चे भी जो जिस तरह की ज़िंदगी गुजार रहे हैं, इसको तसव्वुर उनका भी नहीं होगा, लेकिन गुस्से पर कंट्रोल करने से ही सारा कुछ हो सकता है। पल का गुस्सा आपकी सारी ज़िंदगी तबाह कर देता है, और यहाँ एक नहीं कई ज़िंदगियाँ तबाह करके बैठा है। तो मज़ीद वीडियोज़ के लिए देखते रहें पैगाम TV।